पॉलिटिकल इन्फ्लुएंस ज़्यादा रहेगी इलेक्शंस या इट विल बी मतलब इंडिविजुअल लैड मतलब की ਤੁਹਾਡਾ ओपीनियन है कि इंडिविजुअल जिन्हें काम किया है वो ਅੱਗੇ ਆਏਗਾ ਜਾਂ मतलब ਪੋਲੀਟੀਕਲ ਪਾਰਟੀ ਦਾ ਵੀ ਕਾਫੀ ਸਟਰੋਂਗ ਇਨਫਲੂਐਂਸ ਹੋਏਗਾ? ਦੇਖੋ ਜੋ ਮੈਂ ਸਿੱਖਿਆ ਆਪਦੇ ਕੈਰੀਅਰ ਦੇ ਵਿੱਚ ਕਿ ਤੁਸੀਂ ਮਹੀਨੇ 2 ਮਹੀਨੇ ਦੇ ਵਿੱਚ ਆ ਕੇ ਕੰਮ ਨਹੀਂ ਕਰ ਸਕਦੇ। ਸਾਡਾ ਰਿਪੋਰਟ ਕਾਰਡ ਤਾਂ ਜਿਹੜਾ ਹੈਗਾ ਰਿਪੋਰਟ ਕਾਰਡ ਹੈਗਾ 5 ਸਾਲ ਦਾ ਬਣਦਾ। ਉਸ 5 ਸਾਲ ਦੇ ਵਿੱਚ ਅਗਰ ਤੁਸੀਂ ਕੰਮ ਕੀਤੇ ਹੋਣ ਤੇ ਫਿਰ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਮੈਂ ਨਹੀਂ ਬੋਲਦਾ ਲੋਕ ਬੋਲਣ। ਤੇ ਕਾਫੀ मतलब ਉਹੀ ਰਿਪੋਰਟ ਕਾਰਡ ਦੇਖ ਕੇ ਤੁਸੀਂ ਲੱਗਦਾ ਹੈ ਕਿ ਸਾਰੇ ਅਗਲਾ ਵੀ ਸਭ ਲੋਕ ਦੇਖਦੇ ਅੱਜਕੱਲ ਬਹੁਤ ਅਵੇਅਰ ਹੈ ਸੋਸ਼ਲ ਮੀਡੀਆ 'ਚ ਵੀ मतलब ਲੋਕ ਛੁਪਾ ਨਹੀਂ ਸਕਦੇ ਕਿ ਅਸੀਂ ਇਹ ਕੰਮ ਕੀਤਾ ਸੀ ਤਾਂ ਵੀ ਨਹੀਂ ਮਿਲਿਆ। ਜੇ ਜਿਸ ਨੇ ਕੰਮ ਕੀਤਾ ਹੈ ਉਹਨੂੰ ਪੱਕਾ ਹੀ मतलब ਅੱਗੇ ਉਹ ਆਏਗਾ। ਲੋਕਾਂ ਦੇ ਵਿੱਚ ਬੜੀ ਜਾਗਰਤੀ ਹੈ ਜੀ। ਮੈਂ ਦੇਸ਼ਮੱਝ ਕਾਲਜ ਦੀ ਗੱਲ ਦੱਸੀ ਸੀ ਤੁਹਾਨੂੰ। ਉਸ ਤੋਂ ਬਾਅਦ ਜਦੋਂ ਮੈਂ ਫਿਰੋਜ਼ਪੁਰ ਆਇਆ ਸੀ ਤਾਂ ਮਾफ़ ਕਰਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀ ਕੋਈ ਵੀ ਗਲੀ ਸਟਰੀਟ ਪੱਕੀ ਨਹੀਂ ਸੀ, ਕੱਚੀਆਂ ਹੁੰਦੀਆਂ ਸੀ। ਤਾਂ ਕਈ ਵਾਰ ਮੈਨੂੰ ਵੀ ਜੁੱਤੇ ਉਤਾਰ ਕੇ ਜਾਣਾ ਪੈਂਦਾ ਸੀ। ਕਿੰਨੇ ਸਾਲ ਪਹਿਲਾਂ ਦੀ ਗੱਲ ਹੈ? ਇਹ 9 ਸਾਲ ਪਹਿਲਾਂ ਦੀ ਗੱਲ। ਮੈਂ ਵੀ ਪੈਦਲ ਜਾਂਦਾ ਸੀ, ਦੇਖਦਾ ਸੀ ਜਿੱਥੇ ਸਾਡੇ ਝੁੱਗੀ ਝੋਪੜੀ ਵਾਲੇ ਲੋਕ ਰਹਿੰਦੇ ਸੀ, ਗਰੀਬ ਰਹਿੰਦੇ ਸੀ, ਤੇ ਉਹਨਾਂ ਦੇ ਵਿੱਚ ਜਾ ਕੇ ਕਈ ਵਾਰ ਮੈਂ ਇਮੋਸ਼ਨਲ ਵੀ ਹੋ ਜਾਂਦਾ ਸੀ ਕਿਉਂਕਿ ਵੀ ਆਰ ਹਿਊਮਨ ਬੀਇੰਗਸ। ਇੱਕ ਸਾਡੀ ਇੱਥੇ ਨਹਿਰ ਹੈ ਜਿਹਨੂੰ ਸੁੱਕੜ ਨਹਿਰ ਕਹਿੰਦੇ ਆ। ਨਹਿਰ ਚੱਲਦੀ ਸੀ ਜੀ, ਉਹ ਅੱਜ ਕੱਲ੍ਹ ਚੱਲਦੀ ਨਹੀਂ, ਸੁੱਕ ਗਈ। ਇੱਕ ਅਫਸਰ ਆਏ ਜਿਨ੍ਹਾਂ ਨੇ ਗਰੀਬਾਂ ਨੂੰ ਗਵਰਨਮੈਂਟ ਦੀ ਲੈਂਡ ਤੋਂ ਉਠਾ ਕੇ ਉੱਥੇ ਛੱਡ ਦਿੱਤਾ। ਥੋੜ੍ਹਾ ਜਿਹਾ ਪਾਣੀ ਆਉਂਦਾ ਸੀ ਤਾਂ ਉਹਨਾਂ ਦੇ ਉਹ ਬਿਮਾਰ ਹੋ ਜਾਂਦੇ ਸੀ, ਉਹਨਾਂ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਸੀ। ਵੀ ਆਲ ਆਰ ਹਿਊਮਨ ਬੀਇੰਗਸ। ਸਭ ਤੋਂ ਪਹਿਲਾਂ ਜਿਹੜਾ ਚੈਲੰਜ ਸੀ ਮੈਂ ਉਹਨੂੰ ਅਸੈਪਟ ਕੀਤਾ। ਉਹਦੇ ਸੀਵਰੇਜ ਸਿਸਟਮ ਪਵਾਇਆ, ਪੀਣ ਵਾਲੇ ਪਾਣੀ ਦਾ ਸਵੱਛ ਪਾਣੀ ਦਾ ਪ੍ਰਬੰਧ ਕਰਾਇਆ, ਦੈਨ ਸਟਰੀਟ ਲਾਈਟਸ, ਫਿਰ ਇੰਟਰਲੋਕਿੰਗ। ਮੈਂ ਉਹਦੇ ਮਨ ਦੇ ਵਿੱਚ ਇੱਕ ਚੈਲੰਜ ਲੈ ਕੇ ਚੱਲਿਆ ਸੀ, ਅਗਰ ਮੈਂ ਇਹਨੂੰ ਡਿਵੈਲਪ ਕਰਤਾ ਤਾਂ ਫਿਰੋਜ਼ਪੁਰ ਡਿਵੈਲਪ ਹੋ ਗਿਆ। ਅੱਜ ਤੁਸੀਂ ਜਾ ਕੇ ਦੇਖੋਗੇ, ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਕਿਉਂਕਿ ਆਪਦੀ ਪ੍ਰਸ਼ੰਸਾ ਕਰਾਂ। ਮੈਂ ਤਾਂ ਇੱਥੇ ਆਇਆ ਸਿਰਫ ਇੱਕ ਮਿਸ਼ਨ ਦੇ ਨਾਲ ਕਿ ਫਿਰੋਜ਼ਪੁਰ ਨੂੰ ਨੰਬਰ 1 ਬਣਾਉਣਾ। ਅੱਜ ਉਹ ਸਾਡੀ ਜਿਹੜੀ ਸੁੱਕੜ ਨਹਿਰ ਹੈ ਉੱਥੇ 100% ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ, ਦੈਨ ਸਟਰੀਟ ਲਾਈਟਸ, ਇੰਟਰਲੋਕਿੰਗ। ਜਿੰਨਾ ਮਰਜ਼ੀ ਮੀਂਹ ਪੈ ਜੇ, ਜਿਹੜੀ ਕਿ ਆਮ ਧਰਤੀ ਤੋਂ 25 ਫੁੱਟ ਥੱਲੇ ਹੈ, ਤੁਸੀਂ ਜਾ ਕੇ ਦੇਖੋ ਉਹਦਾ ਸਿਸਟਮ, ਡਰੇਨੇਜ ਸਿਸਟਮ ਕਿੰਨਾ ਵਧੀਆ ਬਣਾ। ਉਹਨਾਂ ਦੀਆਂ ਦੁਆਵਾਂ ਮਿਲਦੀਆਂ। ਤੁਸੀਂ ਸਾਡਾ ਲੈਪਰਸੀ ਹੋਮ ਜਾ ਕੇ ਦੇਖ ਲਓ, ਉੱਥੋਂ ਮੈਨੂੰ ਵੋਟਾਂ ਨਹੀਂ ਮਿਲਦੀਆਂ, ਲੈਪਰਸੀ ਹੋਮ ਦੇ ਵਿੱਚ ਦੁਆਵਾਂ ਮਿਲਦੀਆਂ। ਮੈਂ ਕਹਿ ਸਕਦਾ ਕਿ ਉਹਦਾ ਕੰਪੀਟੀਸ਼ਨ ਕਰਾਇਆ ਜਾਵੇ ਮੇਰੇ ਲੈਪਰਸੀ ਹੋਮ ਦਾ। ਵੈਸੇ ਤਾਂ ਮੈਂ ਕਿਸੇ ਨਾਲ ਕੰਪੀਟੀਸ਼ਨ ਕਰਦਾ ਨਹੀਂ, ਮੇਰਾ ਕੰਪੀਟੀਸ਼ਨ ਮੇਰੇ ਆਪਦੇ ਕੰਮਾਂ ਨਾਲ ਰਹਿੰਦਾ। ਇਸ ਕਰਕੇ ਜੇ ਦੇਖਿਆ ਜਾਏ ਤੇ ਮੈਂ ਕਹਿ ਸਕਦਾ ਫਿਰੋਜ਼ਪੁਰ ਦਾ ਲੈਪਰਸੀ ਹੋਮ ਜਿਹੜਾ ਹੈਗਾ ਇਟ ਇਜ਼ ਵਨ ਆਫ ਦਾ ਬੈਸਟ ਇਨ ਨਾਰਦਰਨ ਇੰਡੀਆ। ਦੈਟ ਇਜ਼ ਵੈਰੀ ਗੁੱਡ। ਤੁਸੀਂ मतलब एक ਹੁੰਦਾ ਹੈ ਕਿ ਲੋਕ ਬੋਲਦੇ ਬੀਇੰਗ ਹਿਊਮਨ, ਹਿਊਮੈਨਿਟੀ ਬੜਾ ਅੱਛਾ ਹੈ। ਮਤਲਬ ਤੁਹਾਨੂੰ ਮਿਲ ਕੇ ਇਹੀ ਲੱਗਦਾ ਹੈ ਕਿ ਯੂ ਆਰ ਮੋਰ ਬੀਇੰਗ ਹਿਊਮਨ ਦੈਨ ਬੀਇੰਗ ਅ ਪੋਲੀਟੀਸ਼ੀਅਨ। ਇਜ਼ ਇਟ ਟਰੂ? ਤੁਸੀਂ ਮਤਲਬ ਕੋਵਿਡ ਵਿੱਚ ਵੀ ਅਸੀਂ ਕਾਫੀ ਸੁਣਿਆ ਤੁਸੀਂ ਕਾਫੀ ਕੁਝ ਕੰਮ ਕੀਤਾ ਹੈ ਡਿਊਰਿੰਗ ਮਤਲਬ ਇਹ 2 ਸਾਲ ਕਾਫੀ ਸਭ ਲਈ ਬੜੇ ਟੈਸਟਿੰਗ ਚੈਲੰਜਿੰਗ ਹੈ ਕੰਮ ਵਾਸਤੇ ਵੀ, ਫॉर ਯੂਥ मतलब ਲੋਕਾਂ ਦੇ ਕੰਮ ਚਲੇ ਗਏ, ਹੈਲਥ ਇਸ਼ੂਜ਼ ਬਹੁਤ ਹੋ ਗਏ। ਤੇ ਵੀ ਹਰਡ ਕਿ ਤੁਸੀਂ ਬੜਾ ਕੰਮ ਕੋਵਿਡ ਦੇ ਟਾਈਮ ਵਿੱਚ ਵੀ ਕੀਤਾ ਫਿਰੋਜ਼ਪੁਰ ਵਿੱਚ। ਤੇ ਯੂ ਹੈਵ ਰੀਅਲੀ ਹੈਲਪ ਦ ਹਿਊਮੈਨਿਟੀ ਐਟ ਦੈਟ ਲੈਵਲ, ਨਾਟ ਬੀਇੰਗ ਅ ਪੋਲੀਟੀਸ਼ੀਅਨ ਬਟ ਬੀਇੰਗ ਅ ਹਿਊਮਨ ਐਂਡ ਕਾਫੀ ਐਫਰਟ ਕੀਤੇ। ਤੇ ਇਸ ਬਾਰੇ ਤੁਸੀਂ ਮਤਲਬ ਯੂ ਆਲਰੇਡੀ ਡੂਇੰਗ ਹੋਰ ਵੀ ਕੁਝ ਕਰ ਰਹੇ ਹੋ ਇਸ ਬਾਰੇ? ਤੁਸੀਂ ਸਾਡਾ ਬਲਾਈਂਡ ਹੋਮ ਜਾ ਕੇ ਦੇਖ ਸਕਦੇ ਹੋ, ਉਹਦੇ ਉੱਪਰ ਵੀ ਸੋਲਰ ਸਿਸਟਮ ਲੱਗਿਆ ਹੋਇਆ। ਤੁਸੀਂ ਜਾ ਕੇ ਸਾਡਾ ਅਨਾਥ ਆਸ਼ਰਮ ਦੇਖ ਸਕਦੇ ਹੋ ਜਿਹੜਾ 1857 'ਚ ਬਣਿਆ ਸੀ। ਕਿਉਂਕਿ ਮੇਰੇ ਪਿਤਾ ਜੀ ਮੈਨੂੰ ਸਿਖਾਉਂਦੇ ਸੀ ਕਿ ਜਦੋਂ ਵੀ ਤੁਸੀਂ ਖਾਣਾ ਖਾਣਾ, ਹੁਣ ਤਾਂ ਅਸੀਂ ਡਾਈਨਿੰਗ ਟੇਬਲ 'ਤੇ ਬੈਠ ਕੇ ਖਾਂਦੇ ਹਾਂ, ਕਿ ਖਾਣ ਤੋਂ ਪਹਿਲਾਂ ਆਪਣੇ ਹੱਥ ਮੂੰਹ ਸਾਫ਼ ਕਰਨੇ, ਧੋਣੇ, ਫਿਰ ਰੱਬ ਦਾ ਨਾਮ ਲੈ ਕੇ ਖਾਣਾ ਸ਼ੁਰੂ ਕਰਨਾ। ਤਾਂ ਉਹਦੇ ਵਾਸਤੇ ਜ਼ਿੰਦਗੀ ਜੀਣ ਵਾਸਤੇ ਖਾਣੇ ਦੀ ਬੜੀ ਜ਼ਰੂਰਤ ਹੁੰਦੀ ਹੈ। ਉੱਥੋਂ ਹੀ ਤੁਹਾਨੂੰ ਅੱਛੀਆਂ ਚੀਜ਼ਾਂ ਮਿਲਦੀਆਂ ਨੇ। ਇੱਛਾਵਾਂ ਸਾਦਾ ਭੋਜਨ ਖਾਣਾ ਚਾਹੀਦਾ। ਅਸੀਂ ਅਨਾਥ ਆਸ਼ਰਮ ਦੇ ਵਿੱਚ ਜਿਹੜਾ ਡਾਈਨਿੰਗ ਰੂਮ ਬਣਾਇਆ ਜਾਂ ਕਿਚਨ ਬਣਾਈ ਹੈ, ਮੈਂ ਕਹਿ ਸਕਦਾ ਸਾਰੇ ਪੰਜਾਬ 'ਚ ਇਹੋ ਜਿਹੀ। ਉੱਥੇ ਬੱਚੇ ਰਹਿੰਦੇ ਨੇ, ਉੱਥੋਂ ਮੈਨੂੰ ਵੋਟਾਂ ਨਹੀਂ ਮਿਲਦੀਆਂ, ਉੱਥੋਂ ਮੈਨੂੰ ਦੁਆਵਾਂ ਮਿਲਦੀਆਂ, ਕਿਉਂਕਿ ਦੁਆਵਾਂ ਹੀ ਬੰਦੇ ਨੂੰ ਅੱਗੇ ਤੱਕ ਲੈ ਜਾਂਦੀਆਂ। ਫਿਰੋਜ਼ਪੁਰ ਬੜਾ ਬਾਰਡਰ ਏਰੀਆ ਤਾਂ ਰਹੇਗਾ, ਬੈਕਵਰਡ ਵੀ ਸੀ।
ਪਾਕਿਸਤਾਨ ਦੇ ਨਾਲ ਹਮੇਸ਼ਾ ਸਾਡੀ ਲੜਾਈ ਝਗੜਾ ਹੁੰਦਾ ਰਹਿੰਦਾ, ਚਾਹੇ ਸੰਨ 1965 ਦੀ ਜੰਗ ਹੋਏ ਜਾਂ 71 ਦੇ ਵਿੱਚ ਸਾਡੇ ਸ਼ਹੀਦ ਊਧਮ ਸਿੰਘ ਚੌਂਕ ਦੇ ਉੱਪਰ ਸ਼ੈਲਿੰਗ ਹੋਈ ਸੀ, ਇੱਕ ਟਾਂਗੇ ਵਾਲਾ 4 ਲੋਕ ਮਰ ਗਏ ਸੀ। ਮੈਂ ਉਹਦੇ ਫਾਦਰ ਨਾਲ ਦੇਖਣ ਗਿਆ ਸੀ। ਉਹ ਗੱਲਾਂ ਮੇਰੇ ਦਿਮਾਗ ਦੇ ਵਿੱਚ ਬਸੀਆਂ ਹੋਈਆਂ ਕਿ ਅਸੀਂ ਇਸ ਮਾਰਕਟ ਤੋਂ ਦੂਰ ਰਹਿਣਾ। ਅਗਰ ਕੋਈ ਬੰਦਾ ਨਹੀਂ ਹਟਦਾ ਫਿਰ ਉਹਦਾ ਜਵਾਬ ਦੇਣਾ ਚਾਹੀਦਾ। ਉਹਦੇ ਵਾਸਤੇ ਸੈਣੀ ਬਾਰਡਰ ਮੇਰੀ ਕੌਂਸਟੀਟਿਊਂਸੀ 'ਚ ਪੈਂਦਾ ਹੈ। ਪਾਕਿਸਤਾਨ ਦਾ ਝੰਡਾ ਹੁੰਦਾ ਸੀ 140 ਫੁੱਟ ਤੇ ਸਾਡਾ 20 ਫੁੱਟ। ਪਰ ਮੈਨੂੰ ਉਸ ਦਿਨ ਬੜਾ ਅਫਸੋਸ ਆਇਆ ਕਿ ਮੈਥੋਂ ਪਹਿਲਾਂ ਪੋਲੀਟੀਸ਼ੀਅਨਸ ਨੇ ਦੇਖਿਆ ਕਿਉਂ ਨਹੀਂ। ਪੋਲੀਟੀਸ਼ੀਅਨ ਆਉਂਦੇ ਨੇ, ਆ ਕੇ 2 ਕਮਰੇ ਹੁੰਦੇ ਰਹਿਣ ਵਾਲੇ ਤਾਂ ਮਹਿਲ ਬਣਾਉਣ ਲੱਗ ਪੈਂਦੇ ਨੇ। ਉਹ ਮਹਿਲ ਕਿੰਨੀ ਦੇਰ, 20 25 30 40 ਸਾਲ। ਦੇਸ਼ ਬਣਾਉਣਾ ਚਾਹੀਦਾ। ਜਿੱਥੇ ਉਹਨਾਂ ਦਾ ਝੰਡਾ 140 ਫੁੱਟ ਸੀ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰੋਜ਼ਪੁਰ ਦੇ ਲੋਕਾਂ ਨੇ ਮੇਰੇ ਨਾਲ ਕਦਮ ਲਾ ਕੇ, ਮੋਢਿਆਂ ਨਾਲ ਮੋਢਾ ਲਾ ਕੇ ਚੱਲੇ। ਸਾਡਾ ਝੰਡਾ ਹਿੰਦੁਸਤਾਨ ਦਾ 170 ਫੁੱਟ ਝੂਲ ਰਿਹਾ, ਤਿਰੰਗਾ ਝੰਡਾ। ਆਲਰੇਡੀ ਹੋ ਗਿਆ ਇੰਸਟਾਲ? ਹਾਂਜੀ ਹੋ ਗਿਆ 1.5 ਸਾਲ ਹੋ ਗਿਆ। ਦੈਨ ਭਗਤ ਸਿੰਘ ਜੀ ਦੀ ਸਾਰੀਆਂ ਗੱਲਾਂ ਪਤਾ ਨਹੀਂ ਹੁੰਦੀਆਂ, ਮਤਲਬ ਲੋਕ ਸੋਚਦੇ ਕਿ ਹਾਂ ਹੋਏਗਾ, ਕੋਈ ਜੇ ਬਾਹਰੋਂ ਕੋਈ ਆਏ ਤੇ ਕੰਪੇਅਰ ਕਰੇ। ਮੈਂ ਦੱਸ ਰਿਹਾ ਸੀ ਜੀ, ਭਗਤ ਸਿੰਘ ਜੀ ਦੀ ਸਮਾਧ ਜਿਹੜੀ ਹੈ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ, ਇੱਕ ਸਾਡੀ ਟ੍ਰੇਨ ਚੱਲਦੀ ਸੀ ਪੰਜਾਬ ਮੇਲ ਬੰਬੇ ਟੂ ਲਾਹੌਰ। ਓਲਡੈਸਟ ਟ੍ਰੇਨ ਹੈ ਹਾਂਜੀ, ਹੁਣ ਇੰਡੀਆ ਦੀ ਓਲਡੈਸਟ ਦੈਟ ਇਜ਼ ਦਾ ਓਲਡੈਸਟ ਟ੍ਰੇਨ। ਹੁਣ ਉਹ ਬੰਦ ਹੋ ਗਈ ਹੈ। ਉੱਥੇ ਰਾਜੀਵ ਗਾਂਧੀ ਜੀ ਵੀ ਆਏ ਸੀ, ਸ਼੍ਰੀਮਤੀ ਇੰਦਰਾ ਗਾਂਧੀ ਜੀ ਵੀ ਆਏ ਸੀਗੇ, ਮੋਦੀ ਜੀ ਵੀ ਆਏ ਸੀਗੇ। ਮੇਰੇ ਕਹਿਣ ਦਾ ਮਤਲਬ ਸ਼ਹੀਦਾਂ ਦਾ ਸਮਾਰਕ ਹੈ। ਉਹ ਟ੍ਰੇਨ ਜਿਹੜੀ ਹੈਗੀ ਹੈ, ਮੈਂ ਦੁਬਾਰਾ ਸ਼ੁਰੂ ਕਰਾਈ ਹੈ ਉੱਥੇ ਸਟੇਸ਼ਨ ਦੇ ਵਿੱਚ। ਉਹਦੇ ਵਿੱਚ ਅਸੀਂ 15 ਮਿੰਟ ਦੀ ਜੀਵਨੀ ਦਿਖਾ ਰਹੇ ਹਾਂ। ਪੁਰਾਣੇ ਸਟੇਸ਼ਨਸ, ਗੁਰੂ ਨਾਨਕ ਦੇਵ ਜੀ ਦੀ ਜੀਵਨੀ ਆਉਂਦੀ, ਉਹਦੇ 'ਚ ਇੱਕ ਪਾਰਟ ਹੁੰਦਾ ਹੈ। ਉਹ ਟ੍ਰੇਨ ਉੱਥੋਂ ਨਿਕਲ ਕੇ ਜਾਂਦੀ ਸੀ। ਦੈਨ ਭਗਤ ਸਿੰਘ ਜੀ, ਰਾਜਗੁਰੂ ਤੇ ਸੁਖਦੇਵ ਜੀ ਦੀ ਜੀਵਨੀ ਆਉਂਦੀ ਹੈ, ਜਿੱਥੋਂ ਸਾਡੇ ਆਉਣ ਵਾਲੇ ਫਿਊਚਰ ਨੂੰ ਪਤਾ ਲੱਗਦਾ ਹੈ ਕਿ ਦੇਸ਼ ਦੀ ਖਾਤਰ ਮਰ ਮਿਟਣਾ ਚਾਹੀਦਾ। ਭਗਤ ਸਿੰਘ ਜੀ 23 ਸਾਲ ਦੇ ਸੀ। ਹਾਂਜੀ, ਅਸੀਂ ਉਹਨਾਂ ਦੀ ਆਜ਼ਾਦੀ ਦਾ ਹੀ ਮਾਣ ਰਹੇ ਹਾਂ। ਉਹਦੇ 'ਚ ਪੂਰਾ ਦ੍ਰਿਸ਼ ਦਿਖਾਇਆ ਗਿਆ। ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹ ਟ੍ਰੇਨ ਜ਼ਰੂਰ ਦੇਖੋ। ਉਹ ਜਿਹੜੀ ਟ੍ਰੇਨ ਹੈਗੀ ਹੈ, ਸਭ ਤੋਂ ਵੱਡੀ ਖੁਸ਼ੀ ਇਹ ਹੋਈ ਕਿ ਹਲੇ ਮੈਂ ਇਨੈਗੋਰੇਸ਼ਨ ਨਹੀਂ ਕਰ ਪਾਇਆ ਸੀ, ਚਲੋ, ਪਰ ਸਭ ਤੋਂ ਵੱਡੀ ਖੁਸ਼ੀ ਕੀ ਹੋਈ, ਇੱਕ ਦਿਨ 3 ਬੱਸਿਸ ਜਿਹੜੀਆਂ ਸੀ J&K ਤੋਂ ਆਈਆਂ ਸੀ ਦੇਖਣ ਵਾਸਤੇ। ਮੈਂ ਦੂਸਰੇ ਤੀਸਰੇ ਦਿਨ ਗਿਆ, ਇੱਕ ਦਿਨ 4 ਬੱਸਿਸ ਦਿੱਲੀ ਤੋਂ ਆਈਆਂ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਿੰਦੁਸਤਾਨ ਇੱਕ ਹੈ। ਅਜੇ ਤੱਕ ਤੁਸੀਂ ਇਨੋਗ੍ਰੇਸ਼ਨ ਨਹੀਂ ਹੋਇਆ ਫਾਰਮਲ, ਫਿਰ ਵੀ ਲੋਕਾਂ ਨੂੰ ਪਤਾ ਹੈ। ਮਤਲਬ ਇਟ ਇਜ਼ ਅ ਵੈਰੀ ਗੁੱਡ ਥਿੰਗ ਕਿ ਤੁਸੀਂ ਯੂਥ ਵਾਸਤੇ, ਅਗਲੀ ਜਨਰੇਸ਼ਨਸ ਵਾਸਤੇ ਇੱਥੇ ਦੀ ਪੂਰੀ ਪੰਜਾਬ ਦੀ ਜਿਹੜੀ ਹੈ ਬਾਰਡਰ ਏਰੀਆ ਇੱਕ ਪੂਰਾ ਧਰੋਹਰ ਸੰਭਾਲ ਕੇ ਰੱਖਿਆ ਹੈ ਕਿ ਉਹ ਮਤਲਬ ਮਿਟ ਨਾ ਜਾਏ। ਅਦਰਵਾਈਜ਼ ਬਾਰਡਰ ਏਰੀਆ 'ਚ ਕੋਈ ਵੀ, ਮਤਲਬ ਇਟ ਇਜ਼ ਅ ਫੈਕਟ ਕਿ ਬਾਰਡਰਿੰਗ ਏਰੀਆ 'ਚ ਕਾਫੀ ਬੈਕਵਰਡਨੈਸ ਰਹਿੰਦੀ ਹੈ, ਬਿਕੋਜ਼ ਨੋਬਡੀ ਵਾਂਟਸ ਟੂ ਡਿਵੈਲਪ। ਲੋਕ ਅੱਗੇ ਚਲੇ ਜਾਂਦੇ, ਵੱਡੀ ਸਿਟੀਜ਼ ਚਲੇ ਜਾਂਦੇ, ਪਰ ਨੋਬਡੀ ਥਿੰਕਸ ਕਿ ਇੱਥੇ ਵੀ ਬਹੁਤ ਸਾਰੀ ਹੈਰੀਟੇਜ ਇੱਥੇ ਹੈ। ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਫਿਰੋਜ਼ਪੁਰ 'ਚ ਇੰਨੀ ਹੈਰੀਟੇਜ ਹੈ ਜਿਹੜੀ ਤੁਸੀਂ ਸੰਭਾਲ ਕੇ ਤੇ ਬਹੁਤ ਹੀ ਮਤਲਬ ਪਿਆਰ ਨਾਲ ਉਹਨੂੰ ਅੱਗੇ ਵਧਾਉਣ ਲਈ ਯੂ ਆਰ ਲੁਕਿੰਗ ਕਿ ਯੂਥ ਲਈ ਅੱਗੇ ਪੂਰਾ ਰਹੇ, ਉਹਦਾ ਪੂਰੀ ਐਜ਼ ਅ ਧਰੋਹਰ ਰਹੇ, ਸੋ ਦੈਟ ਦੇ ਕੈਨ ਆਲਸੋ ਬਿਲਡ ਦ ਨੇਸ਼ਨ। ਦੈਟਸ ਇਟ ਜੀ, ਕਿਉਂਕਿ ਸਾਨੂੰ ਉਹਨਾਂ ਤੋਂ ਸੰਸਕਾਰ ਮਿਲਦੇ ਨੇ। ਇੱਕ ਮੈਂ ਹੋਰ ਪ੍ਰੋਜੈਕਟ ਲੈ ਕੇ ਆਇਆ ਸੀ, ਐਂਪਰਰਸ ਬ੍ਰਿਜ, ਜਿਹੜਾ ਕਿ ਉੱਥੋਂ ਐਂਪਰਰਸ ਬ੍ਰਿਜ ਹੈਗਾ, ਉਹ ਕਨਾਲ ਰੈਸਟ ਹਾਊਸ ਹੈਗਾ, ਸੰਨ 1924 'ਚ ਬਣਿਆ ਸੀ। ਇਟ ਵਾਜ਼ ਆਲਸੋ ਇਨ ਡਿਲੈਪੀਡੇਟਡ ਕੰਡੀਸ਼ਨ, ਜਿਹਨੂੰ ਹੁਣ ਮੈਂ ਦੁਬਾਰਾ ਬਣਾਇਆ। ਉੱਥੇ ਬੋਟਿੰਗ ਕਲੱਬ ਬਣਾ ਰਿਹਾ। ਉੱਥੇ ਮੇਰੇ ਮਨ ਦੇ ਵਿੱਚ ਸੀਗੀ ਕਿ ਜਿਵੇਂ ਫਿਰੋਜ਼ਪੁਰ ਦੇ ਲੋਕਾਂ ਨੇ ਮੈਨੂੰ ਦੁਆਵਾਂ ਦਿੱਤੀਆਂ, ਉਹਦੇ ਨਾਲ ਇੱਕ ਲੇਕ ਬਣਾਵਾਂ। 6 ਲੇਨ ਜਿਹੜੀ ਹੈਗੀ ਹੈ ਫਿਰੋਜ਼ਪੁਰ ਟੂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸਮਾਧ ਤੱਕ ਜਾਏ, ਦੁਨੀਆ ਦੇਖਣ ਆਏ। ਅਗਰ ਹਲੇ ਅਸੀਂ ਸਟਾਰਟ ਨਹੀਂ ਕੀਤੀ ਟ੍ਰੇਨ, ਤਾਂ ਇੰਨੀ ਦੁਨੀਆ ਆ ਰਹੀ ਹੈ, ਫਾਲ ਫੁੱਟ ਹੋ ਰਿਹਾ ਹੈ, ਤਾਂ ਉਹ ਹੋਰ ਵੀ ਹੋਏ। ਕਿਉਂਕਿ ਅਸੀਂ ਪੋਲੀਟੀਸ਼ੀਅਨ ਜਿਹੜੇ ਆ ਗੱਲਾਂ ਕਰ ਦਿੰਦੇ ਆ, ਮਗਰ ਕੰਮ ਨਹੀਂ ਕਰਦੇ। ਆਈ ਐਮ ਨਾਟ ਅ ਪੋਲੀਟੀਸ਼ੀਅਨ, ਟੂ ਬੀ ਵੈਰੀ ਫਰੈਂਕ, ਕਿ ਭਗਤ ਸਿੰਘ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕੀਤਾ, ਅੱਜ ਅਸੀਂ ਲੋਕ ਭੁੱਲ ਗਏ। ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਲੈਕਸ਼ਨ ਦੇ ਵਿੱਚ ਨਵੇਂ ਨਾਅਰੇ ਲਗਾਉਂਦੇ ਨੇ, ਪਾਰਟੀਆਂ ਆਉਂਦੀਆਂ ਨੇ। ਤੁਸੀਂ ਨਾਅਰਾ ਜ਼ਰੂਰ ਲਗਾਓ, ਪਰ ਤੁਸੀਂ ਨਾਅਰਾ ਲਗਾਓ ਕਿ ਹਿੰਦੁਸਤਾਨ ਨੂੰ ਅੱਗੇ ਵਧਾਉਣਾ। ਅਸੀਂ ਹੁਣ ਨਵੇਂ ਇੱਥੇ ਕੈਂਡੀਡੇਟ ਆ ਗਏ ਨੇ, ਜਿਵੇਂ ਕਿਸੇ ਨੇ ਕਿਹਾ ਜੋਗੀ ਉੱਤਰ ਪਹਾੜੋਂ ਆਏ,
ਕੁਝ ਲੋਕ ਸਿੱਧਾ ਹੀ ਜਾਂਦੇ ਸੀ ਪਹਾੜਾਂ ਤੇ, ਸਾਨੂੰ ਪੁੱਛਦੇ ਨਹੀਂ ਸੀ। ਕੁਝ ਲੋਕ ਮੰਤਰੀ ਸੀ ਜਿਨ੍ਹਾਂ ਕੋਲ ਡਿਸਕ੍ਰਿਪਸ਼ਨਰੀ ਫੰਡ ਈਅਰਲੀ 3 ਕਰੋੜ ਹੁੰਦਾ ਸੀ। MLA ਕੋਲ 1 ਪੈਸਾ ਨਹੀਂ ਹੁੰਦਾ। ਉਹਨਾਂ ਨੇ ਕਦੇ ਫਿਰੋਜ਼ਪੁਰ ਨੂੰ 1 ਪੈਸਾ ਨਹੀਂ ਦਿੱਤਾ। ਉਹ ਆਉਂਦੇ ਨੇ ਸਿਰਫ ਕਿ ਆਪਦੇ ਆਪ ਨੂੰ ਬਣਾਉਣ ਨੂੰ। ਆਪਦੇ ਆਪ ਨੂੰ ਕਿੰਨੀ ਦੇਰ ਬਣਾਵਾਂਗੇ ਅਸੀਂ? ਅੱਜ ਕੱਲ੍ਹ ਬੜੀਆਂ ਭਿਆਨਕ ਬਿਮਾਰੀਆਂ ਆ ਰਹੀਆਂ ਨੇ, ਜਿਵੇਂ ਕਰੋਨਾ ਸੀ, ਬਚੇ ਹੈ। ਵੱਡੇ ਵੱਡੇ ਦੇਸ਼ ਜਿਹੜੇ ਸੀ ਫੇਲ ਹੋ ਗਏ, ਇਟਲੀ, ਜਰਮਨੀ, USA। ਲੋਕਾਂ ਨੇ ਪੈਸੇ ਸੜਕਾਂ ਦੇ ਉੱਪਰ ਸੁੱਟ ਦਿੱਤੇ ਕਿ ਪੈਸਿਆਂ ਦੀ ਜ਼ਰੂਰਤ ਨਹੀਂ ਸਾਨੂੰ ਇਲਾਜ ਦੀ ਜ਼ਰੂਰਤ ਹੈ, ਸਾਨੂੰ ਭਾਈਬੰਦੀ ਦੀ ਜ਼ਰੂਰਤ ਹੈ। ਇਸ ਕਰਕੇ ਸਾਨੂੰ ਜੇ ਬਿਲਟ ਅਪ ਕਰਨਾ ਹੈ ਤਾਂ ਸਾਡੇ ਦੇਸ਼ ਨੂੰ ਕਰਨਾ ਚਾਹੀਦਾ। ਜਿਸ ਜਗ੍ਹਾ 'ਚ ਮੈਂ ਰਹਿੰਦਾ ਬਾਰਡਰ 'ਤੇ ਬੈਕਵਰਡ ਏਰੀਆ, ਠੀਕ ਹੈ, ਬਾਰਡਰ 'ਤੇ ਬੈਕਵਰਡ ਏਰੀਆ ਹੈ, ਮਗਰ ਅਸੀਂ ਦਿਮਾਗੀ ਤੇ ਦਿਲੀ ਬੈਕਵਰਡ ਨਹੀਂ ਹੈ। ਤੁਹਾਡੀ ਵਿਜ਼ਨ ਵੀ ਬੈਕਵਰਡ ਨਹੀਂ ਹੈ। ਯੂ ਆਰ ਵੈਰੀ ਪ੍ਰੋਗਰੈਸਿਵ। ਤੁਸੀਂ ਚਾਹੁੰਦੇ ਹੋ ਕਿ ਮਤਲਬ ਇਹ ਮੈਪ ਤੇ ਆਏ। ਫਿਰੋਜ਼ਪੁਰ ਆਲਰੇਡੀ ਮੈਪ ਤੇ ਹੈ। ਜੇ ਅਸੀਂ ਕਹੀਏ ਤੇ ਮਤਲਬ ਇੱਕ ਕੁਐਸਚਨ ਹੈ ਕਿ ਮਤਲਬ ਮਿਸਟਰ ਪ੍ਰਾਈਮ ਮਿਨਿਸਟਰ ਨੇ ਵੀ ਪੂਰਾ ਦੇਖੋ, ਪੰਜਾਬ ਸੀ, ਸਾਰੀ ਜਗ੍ਹਾ ਸੀ, ਉਹ ਕਿਤੇ ਵੀ ਆ ਕੇ ਰੈਲੀ ਕਰ ਸਕਦੇ ਨੇ। ਉਹਨਾਂ ਨੇ ਫਿਰੋਜ਼ਪੁਰ ਹੀ ਚੁਣਿਆ। ਮਤਲਬ ਕੋਈ ਤੇ ਗੱਲ ਹੋਏਗੀ ਫਿਰੋਜ਼ਪੁਰ ਵਿੱਚ ਕਿ ਉਹਨਾਂ ਨੇ ਫਿਰੋਜ਼ਪੁਰ ਚੁਣਿਆ। ਵਾਟ ਡੂ ਯੂ ਥਿੰਕ ਕਿ ਮਤਲਬ ਉਹਨਾਂ ਦਾ ਟੂ ਐਡਰੈਸ ਮਤਲਬ ਕੋਈ ਗੱਲ ਤੇ ਹੈ ਫਿਰੋਜ਼ਪੁਰ ਵਿੱਚ? ਡੈਫੀਨੇਟਲੀ ਤੁਸੀਂ ਦੱਸੋ ਇਸ ਬਾਰੇ, ਮਤਲਬ ਵਾਈ ਹੀ ਚੋਜ਼ ਤੇ। ਚਲੋ ਉਹ ਤਾਂ ਬੜੇ ਵੱਡੇ ਆਦਮੀ ਨੇ, ਸ਼ਹਿਨशाह ਫਕੀਰ ਨੇ, ਮੈਂ ਗਰੀਬ ਆਦਮੀ ਹਾਂ। ਕੋਈ ਗੱਲ ਇਸ ਕਰਕੇ ਫਿਰੋਜ਼ਪੁਰ ਵਿੱਚ ਹੀ ਮਸਟ ਹੈਵ ਸੀਨ ਕਿ ਇੱਥੇ ਹੋਈ ਹੈ ਪ੍ਰੋਗਰੈਸ ਜਾਂ ਬੜਾ ਸਕੋਪ ਹੈ ਜਾਂ ਹੋਈ ਹੈ। ਮਤਲਬ ਦੇਰ ਇਜ਼ ਅ ਸਕੋਪ ਕਿ ਕੰਮ ਹੋਇਆ ਉੱਥੇ ਤੇ ਉੱਥੇ ਐਡਰੈਸ ਕਰਨਾ ਚਾਹੀਦਾ। ਆਈ ਐਮ ਸ਼ੋਰ ਤੁਸੀਂ ਯੂ ਆਰ ਦ ਫੇਸ ਬਿਹਾਈਂਡ ਜਿਹੜੀ ਵੀ ਪ੍ਰੋਗਰੈਸ ਹੋਈ ਹੈ, ਕਿਉਂਕਿ ਨੋਰਮਲੀ ਇੱਦਾਂ ਮਤਲਬ ਦੇ ਸੀ ਐਵਰੀਥਿੰਗ ਕਿ ਕਿੱਦਾਂ ਕਿ ਕਿਹੜੀ ਵੀ ਅਪਕਮਿੰਗ ਏਰੀਆ ਹੈ ਪੰਜਾਬ ਵਿੱਚ ਤੇ ਵਿਚ ਇਜ਼ ਅ ਵੈਰੀ ਗੁੱਡ। ਯੂ ਆਰ ਮਤਲਬ ਅਟੈਚਡ ਸੋ ਮਚ ਇਮੋਸ਼ਨਲੀ, ਹਿਊਮਨਲੀ ਤੇ ਲਾਸਟ ਵਿੱਚ ਪੋਲੀਟੀਕਲੀ। ਪੁੱਟ ਐਵਰੀਥਿੰਗ ਰਾਈਟ। ਮੋਰ ਇਮੋਸ਼ਨਲੀ ਸੈਕਿੰਡ ਨੰਬਰ ਤੇ ਹਿਊਮਨਲੀ ਤੁਸੀਂ ਚਾਹੁੰਦੇ ਹੋ ਐਂਡ ਮੋਰ ਵਿਜ਼ਨਰਲੀ ਤੁਸੀਂ, ਤੁਹਾਡੀ ਵਿਜ਼ਨ ਹੈ ਕਿ ਇਸ ਸਿਟੀ ਨੂੰ ਅੱਗੇ ਕਿੱਦਾਂ ਲੈ ਕੇ ਆਉਣਾ ਹੈ। ਤੇ ਲਾਸਟ ਵਿੱਚ ਤੁਹਾਡਾ ਪੋਲੀਟੀਕਲ ਹੈ, ਦੈਟ ਇਜ਼ ਜਸਟ ਐਜ਼ ਅ ਵਰਕ ਫॉर द ਪੀਪਲ। ਤੁਸੀਂ ਤੁਹਾਡੀ ਲਾਈਨ ਨਹੀਂ, ਮੈਂ ਪੋਲਿਟਿਕਸ ਇੱਥੇ ਕਰਦਾ ਨਹੀਂ ਜੀ। ਹਾਂ, ਇੱਥੇ ਜ਼ਰੂਰਤ ਵੀ ਨਹੀਂ। ਤੁਸੀਂ ਇਫ ਯੂ ਆਰ ਸੋ ਅਟੈਚਡ ਵਿਦ ਲੋਕਾਂ ਨਾਲ ਤੇ ਇਟ ਇਜ਼ ਅ ਵੈਰੀ ਗੁੱਡ ਥਿੰਗ। ਸੋ ਕਿਉਂਕਿ ਬੈਕਵਰਡ ਏਰੀਆ ਜ਼ਰੂਰ ਹੈ। ਜਦੋਂ ਮੈਂ ਇੱਥੇ ਆਇਆ ਸੀ ਤਾਂ ਸਾਡੇ ਕਈ ਸਕੂਲ ਸੀ ਜਿੱਥੇ ਡੈਸਕ ਨਹੀਂ ਹੁੰਦੇ ਸੀ। ਗਰੀਬ ਬੱਚੇ ਪ੍ਰਾਇਮਰੀ ਸਕੂਲ 'ਚ, ਮਿਡਲ ਸਕੂਲ ਦੇ ਵਿੱਚ ਥੱਲੇ ਬੈਠਦੇ ਸੀ। ਥੱਲੋਂ ਧਰਤੀ ਦੀ ਤਪਸ਼ ਪੈਂਦੀ ਸੀ, ਉੱਪਰ ਸੂਰਜ ਦੀ ਗਰਮੀ ਪੈਂਦੀ ਸੀ। ਤਾਂ ਉਹਨਾਂ ਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕੀਤੀ ਆਪਣੇ ਦੋਸਤਾਂ ਦੇ ਰਾਹੀਂ। ਜਿਹੜੇ ਮੇਰੇ ਦੋਸਤ ਸੀ, ਮੈਂ ਝੂਠ ਬੋਲਦਾ ਨਹੀਂ, ਕੁਝ ਰਾਜ ਸਭਾ ਦੇ MP ਸੀ ਜਿਹੜੇ ਮੈਨੂੰ 5 ਕਰੋੜ ਦਾ 5 ਕਰੋੜ ਦੇ ਦਿੰਦੇ ਸੀ ਨੋਮੀਨੇਟਡ। ਉਹਨਾਂ ਵਾਸਤੇ ਮੈਂ ਡੈਸਕ ਬਣਾਉਣੇ ਸ਼ੁਰੂ ਕੀਤੇ। ਉਹ ਮੈਂ ਇਸ ਕਰਕੇ ਕੀਤੇ ਕਿ ਅਗਰ ਕਿਸੇ ਬੱਚੇ ਨੂੰ ਐਜੂਕੇਸ਼ਨ ਦਾਂਗੇ ਤਾਂ ਬੜੀ ਵੱਡੀ ਗੱਲ ਹੈ। ਉਹ ਸਾਰੀ ਕਈ ਜਨਰੇਸ਼ਨਸ ਉਹਦੀਆਂ ਕੰਮ ਕਰਨੀਆਂ। ਇਸੇ ਕਰਕੇ ਮੈਂ PGI ਲੈ ਕੇ ਆਇਆ ਸੀ। ਦੂਸਰਾ, ਮੈਂ 2007 ਦੇ ਵਿੱਚ ਰਾਮ ਕਥਾ ਕਰਾਈ ਸੀ। ਮੁਰਾਰੀ ਬਾਪੂ ਜੀ ਆਏ ਸੀ, ਅਸੀਂ 9 ਦਿਨ ਦੀ ਕਰਾਈ ਸੀ। ਉਸ ਰਾਮ ਕਥਾ ਦੇ ਵਿੱਚ ਮੈਨੂੰ ਪੁੱਛਿਆ ਵੀ ਗਿਆ ਕਿ ਕਿਉਂ ਕਰਵਾ ਰਹੇ ਹੋ ਬਾਰਡਰ 'ਤੇ। ਤਾਂ ਮੈਂ ਦੱਸਿਆ ਸੀ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨ। ਅਗਰ ਪਾਕਿਸਤਾਨ ਜਿਹੜੇ ਜ਼ੁਲਮ ਕਰਦਾ ਨਹੀਂ ਕਰਨੋਂ ਹਟੇਗਾ ਤਾਂ ਜਵਾਬ ਦਾਂਗੇ। ਤਾਂ ਅਸੀਂ ਸਾਡੇ ਬਾਰਡਰ ਤੋਂ 200 ਮੀਟਰ ਤੇ ਬੈਠੇ ਸੀ ਪਾਕਿਸਤਾਨ 'ਤੇ, 9 ਦਿਨ ਕਰਾਈ ਸੀ। ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ ਸੀ ਕਿ ਤੁਸੀਂ ਇਹੋ ਜਿਹਾ ਕੰਮ ਕੋਈ ਨਾ ਕਰੋ। ਵੀ ਆਲ ਆਰ ਹਿਊਮਨ ਬੀਇੰਗਸ। ਬੜੀ ਮੁਸ਼ਕਲ ਨਾਲ ਇਹ ਜ਼ਿੰਦਗੀ ਮਿਲਦੀ ਹੈ। ਤੁਸੀਂ ਸਾਡੇ ਜਵਾਨੀ ਨੂੰ ਵੀ ਖਰਾਬ ਕਰ ਰਹੇ ਹੋ ਡਰੱਗਸ ਭੇਜ ਕੇ, ਦੈਨ ਮਾਰ ਵੀ ਰਹੇ ਹੋ। ਇਹ ਨਹੀਂ ਕਿ ਸਾਡੇ ਹੱਥ ਬੰਨ੍ਹੇ ਆ ਕਿ ਅਸੀਂ ਮਾਰ ਨਹੀਂ ਸਕਦੇ, ਅਸੀਂ ਮਾਰ ਸਕਦੇ ਹਾਂ। ਪਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਕੰਮਾਂ ਤੋਂ ਬਾਜ਼ ਆ ਜਾਓ। ਇਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਿਰੋਜ਼ਪੁਰ ਦੀ ਕੋਈ ਵੀ ਸੜਕ ਬਣੀ ਨਹੀਂ ਸੀ। 4 ਲੇਨ ਵੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸਮਾਧ ਤੱਕ ਮੈਂ ਆਪ ਬਣਵਾਈ ਸੀ। CP ਜੋਸ਼ੀ ਹੁੰਦੇ ਸੀ ਮੰਤਰੀ। ਇਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਿਰੋਜ਼ਪੁਰ ਦੇ ਜਿਹੜੇ ਸਾਡੇ ਸਕੂਲਸ ਹੈ, ਲੋਕ ਬੱਚਿਆਂ ਨੂੰ ਨੈਗਲੈਕਟ ਕਰਦੇ ਨੇ ਹਿੰਦੁਸਤਾਨ 'ਚ। ਮੇਰੇ ਕਿਸੇ ਵੀ ਸੀਨੀਅਰ ਸੈਕੰਡਰੀ ਸਕੂਲ ਚਲੇ ਜਾਓ, ਸੈਂਟਰੀ ਨੈਪਕਿਨ ਲੱਗੇ ਹੋਣਗੇ। ਤੁਸੀਂ ਬਟਨ ਦਬਾਓ, ਸੈਂਟਰੀ ਨੈਪਕਿਨ ਆ ਜਾਣਗੇ। ਕਿਸੇ ਵੀ ਸਕੂਲ 'ਚ ਜਾ ਕੇ ਦੇਖਿਓ, ਮੈਂ ਨਹੀਂ ਕਹਿੰਦਾ ਦੁਨੀਆ ਕਹੇਗੀ। ਆਰਾਮ ਨਾਲ ਦੇਖਿਓ, ਸੋਲਰ ਸਿਸਟਮ ਲੱਗਿਆ ਹੋਏਗਾ। ਮਤਲਬ ਕਾਫੀ ਪ੍ਰੋਗਰੈਸਿਵ ਨੈਕਸਟ ਲੈਵਲ ਦਾ ਕੰਮ ਹੈ। ਮਤਲਬ ਇਹਦਾ ਕਿੰਨਾ ਕੰਮ ਹੋਇਆ ਜੇ ਇਟ ਇਜ਼ ਵੈਰੀ ਵੈਰੀ ਕਮੈਂਡੇਬਲ। ਤੇ
ਸਕੂਲ ਜਿਹੜੇ ਮੇਰੇ ਨੇ ਹਿੰਦੁਸਤਾਨ ਦੀ ਕੈਪੀਟਲ ਤਾਂ ਕੈਪੀਟਲ ਹੀ ਹੁੰਦੀ ਹੈ, ਕਿਉਂਕਿ ਮੈਂ ਉਹਦੇ ਨਾਲ ਵੀ ਸ਼ਰਤ ਨਹੀਂ ਲਗਾਉਂਦਾ ਕਿ ਸਾਡੇ ਦੇਸ਼ ਦੀ ਰਾਜਧਾਨੀ। ਪਰ ਜਿਹੜੇ ਮੇਰੇ ਵਿਰੋਧੀ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਐਵੇਂ ਯਾਰ ਭਾਸ਼ਣ ਨਾ ਕਰਿਆ ਕਰੋ। ਐਵੇਂ ਤੁਸੀਂ ਟੀਵੀ 'ਚ ਦਿਖਾ ਕੇ ਚੰਗੇ ਕੱਪੜੇ ਪਾ ਕੇ, ਸਰੀਰ ਤੁਹਾਡੇ ਦੇ ਪੱਲੇ ਕੁਛ ਨਹੀਂ। ਮੇਰੇ ਸਕੂਲ ਆ ਕੇ ਦੇਖੋ, ਉਹਦਾ ਕੰਪੀਟੀਸ਼ਨ ਕਰਾਏ ਗਵਰਨਮੈਂਟ ਆਫ ਇੰਡੀਆ, ਕੋਈ ਵੀ ਗਵਰਨਮੈਂਟ ਕਰਾ ਲੇ, ਜਿਸ 'ਚ ਮੈਂ ਨਹੀਂ ਜਾਊਂਗਾ, ਫਿਰ ਉਹ ਮਾਰਕਿੰਗ ਕਰੇ, ਕਿਉਂਕਿ ਕਿਸੇ ਬੱਚੇ ਨੂੰ ਦਬਾਈ ਜਾਣਾ ਕੋਈ ਅੱਛੀ ਗੱਲ ਨਹੀਂ ਹੁੰਦੀ। ਇਸ ਕਰਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸਾਡੇ ਫਿਰੋਜ਼ਪੁਰ ਦੇ ਵਿੱਚ ਮਤਲਬ ਬੜੇ ਅੱਛੀ ਦੁਨੀਆ ਪਈ ਹੈ। ਸਰਲਾ ਗਰੇਵਾਲ, ਸ਼ੀ ਵਾਜ਼ ਦਾ ਫਸਟ IAS ਲੇਡੀ ਹੂ ਸਟੱਡੀਡ ਇਨ ਦੇਸਪੰਜ ਕਾਲਜ ਫਿਰੋਜ਼ਪੁਰ। ਇਉਂ ਹੀ ਜਨਰਲ ਛਿੱਬਰ ਦੇ ਵਾਈਫ ਇੱਥੋਂ ਪੜ੍ਹੇ ਸੀ। ਬੜੇ ਅੱਛੇ ਲੋਕ ਨੇ। ਸਾਨੂੰ ਦੁਨੀਆਦਾਰੀ ਖੋਜਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜੀ ਦਾ ਤੁਸੀਂ ਪੁੱਛਿਆ ਕਿ ਇੱਥੇ ਆਏ ਸੀ, ਮੈਂ ਬੜਾ ਸਾਫ਼ ਤੇ ਸਪਸ਼ਟ ਜਵਾਬ ਦਊਂਗਾ। ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ, ਕਿਸੇ ਪਾਰਟੀ ਦੇ ਨਹੀਂ ਹੁੰਦੇ, ਜੋ ਮੈਂ ਸਿੱਖਿਆ। ਇਟਸ ਐ ਇੰਸਟੀਟਿਊਸ਼ਨ। ਸ਼ਹਿਨਸ਼ਾਹ ਫਕੀਰ ਆ ਰਹੇ ਸੀ ਸਾਡੇ ਗਰੀਬਾਂ ਦੇ ਘਰੇ। ਅਸੀਂ PGI ਇਸ ਕਰਕੇ ਲੈ ਕੇ ਆਏ ਸੀ ਕਿ ਭਾਈ ਕਨਈਆ ਜੀ, ਜਿੱਥੇ ਸਾਨੂੰ ਇੱਥੇ ਮੈਡੀਕਲ ਫੈਸਿਲਿਟੀਜ਼ ਦੀ ਲੋੜ ਸੀਗੀ ਸਾਡੇ ਇਸ ਏਰੀਏ ਨੂੰ, ਭਾਈ ਕਨਈਆ ਜੀ ਆਪਦੇ ਵਿਰੋਧੀਆਂ ਨੂੰ ਵੀ ਪਾਣੀ ਪਿਆਉਂਦੇ ਸੀ। ਉਹਦੇ ਨਾਲ ਹੀ ਸ਼੍ਰੀਮਤੀ ਸੋਨੀਆ ਗਾਂਧੀ, ਖਾਸ ਕਰਕੇ ਉਹਨਾਂ ਦੀ ਬੇਟੀ ਪ੍ਰਿਯੰਕਾ ਗਾਂਧੀ ਜੀ ਤੇ ਸਾਹਿਬ ਮਨਮੋਹਨ ਸਿੰਘ ਜੀ ਨੇ ਇੱਕ ਇੱਥੇ ਡੋਮੈਸਟਿਕ ਏਅਰਪੋਰਟ ਵੀ ਦਿੱਤਾ ਸੀ। ਜਿਹੜੀ ਪਹਿਲੀ ਸਰਕਾਰ ਸੀ ਉਹ ਘਬਰਾ ਗਈ। 4 ਡੋਮੈਸਟਿਕ ਏਅਰਪੋਰਟ ਸੀਗੇ, ਇੱਕ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ ਐਂਡ ਆਦਮਪੁਰ। ਸਾਨੂੰ NOC ਨਹੀਂ ਦਿੱਤਾ। ਮਗਰ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਜਿੱਥੇ ਮਰਜ਼ੀ ਭੱਜ ਲਓ ਯਾਰ, ਜਿੱਥੇ ਚੱਲੂੰਗਾ ਨਾਲ ਤੁਹਾਡੇ, ਟਿਕਟਾਂ ਦੋ ਲੈ ਲਿਓ। ਕਿ 2024 ਦੇ ਵਿੱਚ ਉਹ ਏਅਰਪੋਰਟ ਲੈ ਕੇ ਆਊਂਗਾ। ਕਿ ਭਾਈ ਕਨਈਆ ਜੀ ਆਪਦੇ ਵਿਰੋਧੀਆਂ ਨੂੰ ਪਾਣੀ ਪਿਆਉਂਦੇ ਸੀ ਕਿ ਪਾਕਿਸਤਾਨ ਦੇ ਵਿੱਚ ਇਲਾਜ ਅੱਛਾ ਨਹੀਂ। ਉਹਨਾਂ ਨੂੰ ਅਸੀਂ ਪ੍ਰੇਮ ਦਾ ਪਾਠ ਪੜ੍ਹਾਈਏ ਕਿ ਤੁਸੀਂ ਇਲਾਜ ਕਰਾ ਕੇ ਇੱਥੋਂ ਡੋਮੈਸਟਿਕ ਏਅਰਪੋਰਟ ਦੇ ਥਰੂ ਵਾਇਆ ਦਿੱਲੀ ਉੱਡ ਕੇ ਵਾਪਸ ਜਾਓ। ਸਾਡੀ ਇਹ ਸੋਚ ਹੈ। ਪ੍ਰਧਾਨ ਮੰਤਰੀ ਜੀ ਨੂੰ ਬਹੁਤ ਨੌਲੇਜ ਹੁੰਦੀ ਹੈ, ਸਾਰੇ ਦੇਸ਼ ਨੂੰ ਦੇਖਦੇ ਆ। ਉਹਨਾਂ ਨੇ ਇਹ ਦੇਖਿਆ ਕਿ ਫਿਰੋਜ਼ਪੁਰ ਦੇ ਵਿੱਚ ਤਰੱਕੀ ਹੋ ਰਹੀ ਹੈ, ਫਿਰੋਜ਼ਪੁਰ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ। ਫਿਰ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸਮਾਧ ਹੈ, ਉਹਦੇ ਉੱਪਰ ਇੱਕ ਮੈਂ ਚਿੱਠੀ ਲਿਖੀ ਸੀ ਕਿ ਮੈਂ ਉੱਥੇ ਫਲਾਵਰ ਵੈਲੀ ਬਣਾ ਰਿਹਾ। 29 ਸਟੇਟਸ ਦੀ ਮਿੱਟੀ ਜਿਹੜੀ ਹੈ ਸਾਡੇ ਹਿੰਦੁਸਤਾਨ ਦੀ, ਉੱਥੇ ਲੈ ਕੇ ਆ ਰਿਹਾ। ਜੇ ਟਿਊਲਿਪ ਗਾਰਡਨ ਬਣ ਸਕਦਾ ਹੈ ਤੇ ਇੱਥੇ ਸ਼ਹੀਦਾਂ ਦੇ ਨਾਂ ਦੀ ਫੁੱਲਵਾੜੀ ਕਿਉਂ ਨਹੀਂ ਬਣ ਸਕਦੀ? ਉਹਨਾਂ ਨੇ ਦੇਖਿਆ ਹੋਣਾ, ਪੜ੍ਹਿਆ ਹੋਣਾ। ਉਹਨਾਂ ਨੇ ਜੋ ਮਾਨ ਤੇ ਸਮਾਨ ਫਿਰੋਜ਼ਪੁਰ ਨੂੰ ਦਿੱਤਾ, ਮੈਂ ਸਮਝਦਾ ਕਿ ਇਹ ਕਾਬਲੇ ਤਾਰੀਫ ਹੈ। ਇਹ ਠੀਕ ਹੈ, ਕਿਸਾਨ ਵਿਰੋਧ ਕਰ ਰਹੇ ਸੀ, ਉਹਨਾਂ ਨੂੰ ਕਰਨਾ ਚਾਹੀਦਾ, ਉਹ ਉਹਨਾਂ ਦਾ ਦਾਇਤਵ ਹੈ। ਇਸ ਕਰਕੇ ਪ੍ਰਧਾਨ ਮੰਤਰੀ ਜੀ ਨੇ ਇਸ ਕਰਕੇ ਚੁਣਿਆ ਵੀ ਇਹ ਸੀਟ ਕਦੇ 22,000 ਤੇ ਜਿੱਤ ਰਹੀ ਹੈ, ਕਦੇ 30,000 ਤੇ ਜਿੱਤ ਰਹੀ ਹੈ, ਕਦੇ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ 33 ਦੇ 33 ਵਾਰਡ ਜਿਹੜੇ ਨੇ, ਜਦੋਂ ਅਕਾਲੀ ਦਲ ਤੇ BJP ਇਕੱਠੇ ਸੀ 1.5 ਸਾਲ ਪਹਿਲਾਂ, 2 ਸਾਲ ਪਹਿਲਾਂ, ਕਾਂਗਰਸ ਪਾਰਟੀ ਨੇ ਪਰਚਮ ਲਹਿਰਾ ਦਿੱਤਾ। ਤਾਂ ਉਹਨਾਂ ਨੇ ਸੋਚਿਆ ਹੋਵੇਗਾ ਕਿ ਦੇਖ ਕੇ ਆਈਏ ਕੀ ਗੱਲ ਹੈ, ਕੀ ਹੋ ਰਿਹਾ ਹੈ, ਲੋਕ ਕਿੱਦਾਂ ਹੈ, ਮਤਲਬ ਕੌਣ ਹੈ, ਮਤਲਬ ਡੈਫੀਨਿਟਲੀ ਇਹ ਹੋਣਾ ਹੈ। ਤਾਂ ਹੀ ਮੈਂ ਇਹ ਕੁਐਸਚਨ ਤੁਹਾਨੂੰ ਪੁੱਟ ਅਪ ਕੀਤਾ। ਹਾਂਜੀ, ਕਿਉਂਕਿ ਪ੍ਰਧਾਨ ਮੰਤਰੀ ਜੀ ਨੂੰ ਦੇਖਣਾ ਚਾਹੀਦਾ ਵੀ ਹੈ ਕਿ ਦੇਸ਼ ਜਿਹੜਾ ਹੈਗਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਇੱਕ ਮੈਂ ਬਾਰ-ਬਾਰ ਕਹਿਣਾ, तो he is the Prime Minister for our country, not for the party, and it's an institution। ਜਿੱਥੇ ਵੀ ਹਿੰਦੁਸਤਾਨ ਦਾ ਕੋਈ ਭਾਗ ਪਿਛੜਿਆ ਦਿਖਾਈ ਦਿੰਦਾ ਹੈ, ਉਹਨੂੰ ਉੱਪਰ ਲੈ ਕੇ ਜਾਣਾ ਚਾਹੀਦਾ ਹੈ। ਲੀਡਰ ਉਹ ਹੈ, ਵਿਜ਼ਨ ਬਾਕੀ ਛੋਟੇ ਜਿਹੜੇ ਲੀਡ ਕਰਦੇ ਉਹਨਾਂ ਦੀ ਹੁੰਦੀ ਹੈ, ਕਿਉਂਕਿ ਉਹ ਏਰੀਆ ਨਾਲ ਜੁੜੇ ਹੋਏ। ਸ਼੍ਰੀਮਤੀ ਇੰਦਰਾ ਗਾਂਧੀ ਨੂੰ ਲੋਕ ਕਿਉਂ ਯਾਦ ਕਰਦੇ ਨੇ? ਇਸੇ ਕਰਕੇ ਕਰਦੇ ਨੇ। ਕੁਝ ਕਹਿੰਦੇ ਸੀਗੇ ਕਿ ਦੁਰਗਾ ਮਾਤਾ ਹੈ। ਬੰਦੇ ਨੂੰ ਕੰਮ ਕਰਨਾ ਚਾਹੀਦਾ, ਦਲੇਰੀ ਨਾਲ ਕਰਨਾ ਚਾਹੀਦਾ, ਅੱਗੇ ਵੱਧ ਕੇ ਕਰਨਾ ਚਾਹੀਦਾ। ਜਿਹੜਾ ਇਨਸਾਨੀ ਜਨਮ ਹੈ ਤੁਹਾਨੂੰ ਬਾਰ-ਬਾਰ ਨਹੀਂ ਮਿਲਣਾ। ਹੁਣ ਫਿਰੋਜ਼ਪੁਰ ਦੇ ਵਿੱਚ ਤੁਸੀਂ ਜਾ ਕੇ ਦੇਖੋ, ਜਿਹੜੀਆਂ ਮੇਰੀਆਂ ਰੋਡਸ ਨੇ, ਇਹ ਦਿੱਲੀ ਬੰਬੇ ਵਾਸਤੇ ਬੜੀ ਛੋਟੀ ਗੱਲ ਹੈ। ਮੈਂ ਉੱਥੇ ਵੀ ਕੈਟ ਆਈ ਲਗਾਈ ਹੈ ਕਿ ਹੁਣ ਜਦੋਂ ਸਰਦੀ ਹੈ ਕਿ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਏ। ਸਾਡੇ ਪਾਰਕ ਦੇਖੋ ਜਾ ਕੇ, ਪਾਰਕਾਂ ਦੇ ਵਿੱਚ LCDs ਲੱਗੀਆਂ, ਜਿੱਥੇ ਹਰਮੰਦਰ ਸਾਹਿਬ ਤੋਂ ਪ੍ਰਸਾਰਣ ਆਉਂਦਾ।
ਲਾਈਵ ਲੋਕ ਜਾਂਦੇ ਨੇ, ਸੈਰ ਕਰਦੇ ਨੇ, ਦੇਖਦੇ ਨੇ, ਦੁਆਵਾਂ ਦਿੰਦੇ ਨੇ। ਸ਼ਾਮ ਨੂੰ ਵੈਸ਼ਨੋ ਮਾਤਾ ਜੀ ਦਾ ਪਾਠ ਹੁੰਦਾ। ਹੋਰ ਤਾਂ ਹੋਰ ਸਾਡੀ ਇੱਥੇ ਇੱਕ ਸਬਜ਼ੀ ਮੰਡੀ ਹੈ। ਮੈਂ ਸਬਜ਼ੀ ਮੰਡੀ ਕਦੇ ਕਦੇ ਸਾਲ 'ਚ 1-2 ਵਾਰ ਉੱਠ ਕੇ ਜਲਦੀ ਜਾ ਕੇ ਆਉਣਾ, ਕਿ ਚੱਕਰ ਲਗਾ ਕੇ ਆਉਣਾ, ਕਿਸੇ ਨੂੰ ਦੱਸਦਾ ਨਹੀਂ। ਇੱਕ ਦਿਨ ਮੈਂ 5 ਵਜੇ ਗਿਆ ਤਾਂ ਦੇਖਿਆ ਕਿ ਉੱਥੇ ਬੜੇ ਟਰੱਕ ਖੜੇ ਨੇ 70-80। ਮੈਂ ਕਿਹਾ ਯਾਰ ਕਮਾਲ ਹੈ, ਲੋਕ ਕੰਮ ਕਰ ਰਹੇ ਸੀ। ਮੈਂ ਉੱਥੇ ਚਾਹ ਪੀਤੀ, ਉਹਨਾਂ ਕੋਲ ਬੈਠਾ, ਦੱਸਿਆ ਨਹੀਂ। 5 ਦਿਨ ਬਾਅਦ ਮੈਂ ਸਾਡੀ ਸਬਜ਼ੀ ਮੰਡੀ 2 LCD ਲਗਾ ਦਿੱਤੀਆਂ। ਦੇ ਆਸਕ ਮੀ ਇਹ ਕਿਉਂ? ਮੈਂ ਕਿਹਾ ਤੁਸੀਂ ਨਜ਼ਾਰਾ ਤਾਂ ਦੇਖਿਓ, ਜਿਸ ਘਰ ਦੇ ਵਿੱਚ ਪੂਜਾ ਪਾਠ ਸ਼ੁਰੂ ਹੋ ਜੇ, ਪੂਜਾ ਪਾਠ ਤੋਂ ਅਰਦਾਸ ਤੋਂ ਕੰਮ ਸ਼ੁਰੂ ਹੋ ਜੇ, ਉਸ ਘਰ ਦੇ ਵਿੱਚ ਕਮੀ ਨਹੀਂ ਹੁੰਦੀ। ਇਉਂ ਹੀ ਕਰੋਨਾ ਦੇ ਵਿੱਚ ਜਿੰਨੀਆਂ ਵੀ ਸਾਡੀਆਂ NGO ਸੀ, ਸਭ ਨੇ ਕਦਮਾਂ ਨਾਲ ਕਦਮ ਮਿਲਾ ਕੇ, ਮੋਢਿਆਂ ਨਾਲ ਮੋਢਾ ਲਾ ਕੇ ਚੱਲੇ। ਅਸੀਂ 35 ਹਜ਼ਾਰ ਲੋਕਾਂ ਨੂੰ ਲੰਗਰ ਵਰਤਾਉਂਦੇ ਸੀ। ਲੋਕਾਂ ਨੇ ਮਤਲਬ ਇੰਨਾ ਕੁਛ ਕੀਤਾ ਤੁਸੀਂ ਕੋਵਿਡ ਟਾਈਮ ਵਿੱਚ, ਕੀਤਾ ਸਾਰਿਆਂ ਨੇ ਹੈ। ਪਰ ਉਦੋਂ ਮੈਂ ਪੁੱਛਣਾ ਚਾਹੁੰਦਾ ਕਿ ਪੋਲੀਟੀਸ਼ੀਅਨ ਜਿਹੜੇ ਸੀ, ਮਾਫ ਕਰਨਾ, ਆਈ ਮੇ ਬੀ ਰੋਂਗ, ਪੋਲੀਟੀਸ਼ੀਅਨ ਜਿਹੜੇ ਸੀ ਕਿੱਥੇ ਗਏ ਸੀ? ਅੱਜ ਵੋਟਾਂ ਮੰਗਣ ਆਉਂਦੇ ਨੇ, ਉਦੋਂ ਕਿਉਂ ਨਹੀਂ? ਉਸ ਟਾਈਮ ਲੋਕਾਂ ਨੂੰ ਬਹੁਤ ਜ਼ਰੂਰਤ ਸੀ ਕੋਵਿਡ ਟਾਈਮ ਵਿੱਚ, ਫॉर ਇੰਪਲੋਇਮੈਂਟ, ਫॉर ਹੈਲਥ ਰੀਜ਼ਨ। ਪੈਸੇ ਦੀ ਕਮੀ ਸੀ ਬਹੁਤ, ਮਤਲਬ ਲੋਕਾਂ ਦਾ ਡੀਮੋਰਲਾਈਜ਼ ਸੀ ਕਿ ਘਰ ਕੋਈ ਕੰਮ ਨਹੀਂ ਚੱਲ ਰਿਹਾ। ਜਿਹਨੇ ਉਸ ਟਾਈਮ 'ਤੇ ਕੰਮ ਕੀਤਾ ਉਹ ਵੀ ਸਾਰੇ ਯਾਦ ਰੱਖਣਗੇ। ਅਲਟੀਮੇਟਲੀ ਤੇ ਲੋਕ ਭੁੱਲਦੇ ਨਹੀਂ, ਜੋ ਅੱਛਾ ਕੰਮ ਹੋਏਗਾ ਉਹ ਅੱਗੇ ਆਏਗਾ, ਜਿਹਨੇ ਕੰਮ ਕੀਤਾ ਹੈ ਉਹ ਵੀ ਅੱਗੇ ਆਏਗਾ। ਤੁਸੀਂ ਸਾਡਾ ਮੰਦਿਰ ਜਾ ਕੇ ਦੇਖ ਲਿਓ, ਗੁਰਦੁਆਰੇ ਜਾ ਕੇ ਦੇਖ ਲਿਓ, ਸਾਡਾ ਇੱਕ ਪਰਮਾਰਥ ਭਵਨ ਬਣਾਇਆ ਸੀ। ਪਰਮਾਰਥ ਭਵਨ ਜਿਹੜਾ ਸਾਡਾ ਹੈਗਾ ਸ਼ਮਸ਼ਾਨ ਘਾਟ ਦੇ ਨਾਲ ਹੈ। ਉੱਥੇ ਸਾਰੇ ਸ਼ਹਿਰ ਵਾਸਤੇ ਕੋਈ ਜਗ੍ਹਾ ਨਹੀਂ ਸੀ। ਅੱਜ ਉਹਦੇ 'ਚ 5000 ਆਦਮੀ ਬੈਠ ਸਕਦਾ। ਜਿਹੜੀ ਉਹਦੀ ਕਿਚਨ ਹੈ ਉਹ ਦੇਖਣ ਵਾਲੀ ਹੈ। ਉੱਥੇ ਅਸੀਂ 35 AC ਲਗਾਏ ਹੋਏ ਆ ਉਹਦੇ 'ਚ, ਪਰਮਾਰਥ ਭਵਨ 'ਚ। ਜਿਹੜੀ ਕਿਚਨ ਹੈ ਦੇਖਣ ਵਾਲੀ ਹੈ। ਅਸੀਂ ਵਿਆਹ ਸ਼ਾਦੀਆਂ ਵਾਸਤੇ ਨਹੀਂ ਦਿੰਦੇ, ਅਸੀਂ ਸਿਰਫ ਜਿੱਥੇ ਕਿਰਿਆ ਹੋਵੇ ਜਾਂ ਕਿਸੇ ਨੇ ਪਾਠ ਰਖਾਉਣਾ ਹੋਵੇ ਉੱਥੇ ਦਿੰਦੇ ਹਾਂ, ਕਿ ਉਹ ਜਿਹੜਾ ਏਰੀਆ ਸਵੱਛ ਰਹੇ। ਉਹ ਜਿਹੜੀ ਚੀਜ਼ ਹੈ ਫਿਰੋਜ਼ਪੁਰ ਵਾਸਤੇ ਬੜੀ ਜ਼ਰੂਰੀ ਸੀ। ਇਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਮੰਦਿਰਾਂ 'ਚ ਵਿਜ਼ਿਟ ਕਰਦਾ ਰਹਿੰਦਾ, ਜਾਂਦਾ ਰਹਿੰਦਾ, ਘੁੰਮਦਾ ਰਹਿੰਦਾ। ਇਹ ਮੈਂ ਨਹੀਂ ਕਰਦਾ, ਪਰਮਾਤਮਾ ਕਰਾਉਂਦੇ ਨੇ। ਮੇਰੇ ਬਸ ਕੀ ਹੈ, ਅਗਲਾ ਸਾਹ ਆਵੇ ਨਾ ਆਵੇ। ਇਸ ਕਰਕੇ ਜੇ ਹਿੰਦੁਸਤਾਨ ਦਾ ਅਸੀਂ ਪਾਰਟ ਹੈ, ਤਾਂ ਜਦੋਂ ਇਸ ਦੁਨੀਆ ਤੋਂ ਜਾਈਏ ਤਾਂ ਫਿਰੋਜ਼ਪੁਰ ਦੀ ਗੂੰਜ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਹੋਣੀ ਚਾਹੀਦੀ। ਇਹੀ ਤੁਹਾਡੀ ਵਿਜ਼ਨ ਹੈ। ਨੈਕਸਟ ਤੁਹਾਡਾ ਕੀ ਮੈਸੇਜ ਹੈ ਪਿੰਕੀ ਜੀ ਫॉर द ਫੋਰਥਕਮਿੰਗ ਇਲੈਕਸ਼ਨਸ? ਮਤਲਬ ਇਹ ਤੇ ਤੁਸੀਂ ਮਤਲਬ ਪੋਲਿਟਿਕਸ ਇਹ ਸਮਝੋ ਕਿ ਤੁਹਾਡੇ ਲਈ ਇੱਕ ਜ਼ਰੀਆ ਹੈ ਟੂ ਕਨੈਕਟ ਵਿਦ ਯੋਰ ਰੂਟਸ ਤੇ ਵਿਦ ਦ ਪੀਪਲ, ਪਰ ਮੈਸੇਜ ਕੀ ਹੈ ਤੁਹਾਡਾ? ਦੇਖੋ, ਵਿਜ਼ਨ ਕੀ ਹੈ? ਮੈਂ ਦੱਸਦਾ ਕਿ ਮੈਂ ਸੰਨ 1978 'ਚ ਦਿੱਲੀ ਗਿਆ ਸੀ। 12 ਵੈਲਿੰਗਟਨ ਕ੍ਰੀਸੈਂਟ ਦੇ ਵਿੱਚ ਮਿਸਿਸ ਗਾਂਧੀ ਰਹਿੰਦੇ ਸੀ। ਆਈ ਵਾਜ਼ ਅ ਸਟੂਡੈਂਟ। ਉੱਥੇ ਸੋਨੀਆ ਜੀ ਨਾਲ ਮੁਲਾਕਾਤ ਹੋ ਗਈ। ਕਿਸੇ ਨੂੰ ਪਤਾ ਵੀ ਨਹੀਂ 12 ਵੈਲਿੰਗਟਨ ਕ੍ਰੀਸੈਂਟ ਦਾ। ਮੈਂ ਕਦੇ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀ ਕਿ ਇਹ ਲਾਈਨ ਚੰਗੀ ਨਹੀਂ ਹੈ। ਅਗਰ ਤੁਸੀਂ ਆਪਦੀ ਜਨਮ ਭੂਮੀ ਨੂੰ ਕਰਮ ਭੂਮੀ ਦੇ ਵਿੱਚ ਬਦਲਣਾ ਹੈ ਤਾਂ ਮੈਂ ਉਹਦੇ ਵਾਸਤੇ ਵੋਟ ਮੰਗਣ ਆਉਣਾ, ਕਿਉਂਕਿ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਜਾਣਾ ਹੁੰਦਾ, ਜਿੱਥੋਂ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਉਣੇ ਹੁੰਦੇ ਨੇ। ਜਾਂ ਜ਼ਰੀਆ ਹੈਗਾ ਕਿ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਜਾਈਏ, ਉੱਥੋਂ ਕੰਮ ਹੋਣਗੇ। ਜਿਹੜੀ ਪੋਲਿਟਿਕਸ ਹੈ ਇਹ ਮੇਰੇ ਵਾਸਤੇ ਬਣੀ ਨਹੀਂ ਹੋਈ, ਸੱਚੀ ਗੱਲ ਕਰਨਾ, ਕਿਉਂਕਿ ਮੈਂ ਇੱਕ ਮਿਸ਼ਨ ਦੇ ਥੱਲੇ ਆਇਆ ਕਿ ਅਗਰ ਭਗਤ ਸਿੰਘ ਜੀ ਗੋਰਿਆਂ ਤੋਂ ਦੇਸ਼ ਨੂੰ ਆਜ਼ਾਦ ਕਰਾ ਸਕਦੇ ਹੈ ਤੇ ਮੈਂ ਫਿਰੋਜ਼ਪੁਰ ਨੂੰ ਨੰਬਰ 1 ਕਿਉਂ ਨਹੀਂ ਬਣਾ ਸਕਦਾ ਪੰਜਾਬ 'ਚ? ਨਹੀਂ, ਰਾਈਟਲੀ ਸੋ। ਮਤਲਬ ਫਿਰੋਜ਼ਪੁਰ ਇੱਕ ਬਿਲਕੁਲ ਬਾਰਡਰ ਏਰੀਆ ਹੈ, ਪੰਜਾਬ ਦੇ ਇੱਕਦਮ ਕਾਰਨਰ ਮਤਲਬ ਸਿਟੀ ਹੈ, ਜਿਹਦਾ ਨਾਮ ਮੇਰੇ ਖਿਆਲ ਕਾਫੀ ਪ੍ਰੋਮੀਨੈਂਟਲੀ ਕਿਸੇ ਨੂੰ ਵੀ ਨਹੀਂ ਪਤਾ ਹੋਏਗਾ। ਪੰਜਾਬ ਵਿੱਚ 4-5 ਏਰੀਆਜ਼ ਹੀ ਮਤਲਬ ਸਿਟੀਜ਼ ਕਾਫੀ ਵੱਡੇ ਹੈ, ਬਟ ਹੀ ਇਜ਼ ਰਿਲੈਂਟਲੈਸਲੀ ਵਰਕਿੰਗ ਮਿਸਟਰ ਪਿੰਕੀ 2012 ਤੋਂ ਮਤਲਬ ਫॉर द ਪੀਪਲ ਆਫ ਹਿਸ ਸਿਟੀ। ਮਤਲਬ ਜੇ ਰਾਈਟਲੀ ਆਈ ਸ਼ੁੱਡ ਪੁੱਟ, ਹੀ ਇਜ਼ ਫਰਸਟਲੀ ਹੀ ਇਜ਼ ਲਾਈਕ ਅ ਵਿਜ਼ਨਰੀ, ਫਿਰ ਇਮੋਸ਼ਨਲ ਵਿਜ਼ਨਰੀ, ਤੇ ਜਿਹੜਾ ਮਤਲਬ ਐਂਡ ਹਿਊਮਨ, ਵੈਰੀ ਹਿਊਮਨ, and last he is a politician, which is a very less degree ਜੇ politics ਜੇ ਨਾ ਬੋਲੀ ਜਾਏ ਕਿੰਨੀ ਹੈ।
ਸੋ ਦੈਟ ਇਜ਼ ਮਾਈ ਇੰਪ੍ਰੈਸ਼ਨ ਦੈਟ ਆਈ ਐਮ ਕੈਰਿੰਗ। ਤੇ ਬਾਕੀ ਮੈਂ ਸਿਟੀ ਦੇਖਾਂਗੀ ਕਿ ਕੀ ਉਹਨਾਂ ਨੇ ਬੋਲਿਆ ਹੈ ਜੇ ਬਿਲਕੁਲ, ਮੈਚਸ ਲਾਈਕ ਵਿਦ ਦਿਸ ਥਿੰਗ then it is incredible matlab for the youth matlab he is building the youth, he himself is very youthful and progressive, his vision is काफ़ी progressive ਤੇ if ਜੇ ਇਹ ਕਰ ਰਹੇ ਸਭ ਤੇ ਮਤਲਬ I think he should be the face you know which your city should have ਜਿਹਦੇ 'ਚ ਇੰਨਾ ਪੈਸ਼ਨ ਹੈ, ਜਿਹੜਾ ਰੂਟਸ ਨਾਲ ਜੁੜਿਆ ਹੋਇਆ ਹੈ, ਹਿਊਮਨ ਹੈ, ਵਿਜ਼ਨਰੀ ਹੈ ਤੇ ਪੋਲਿਟਿਕਸ ਥੋੜੀ ਬਹੁਤ ਘੱਟ ਹੈ। that is what is the impression। ਤੇ ਤੁਹਾਡਾ ਮੈਸੇਜ ਪਿੰਕੀ ਜੀ ਫॉर द ਫੋਰਥਕਮਿੰਗ ਇਲੈਕਸ਼ਨਸ ਮਤਲਬ ਕਿੱਦਾਂ ਤੁਸੀਂ ਮਤਲਬ ਵਾਟ ਯੂ ਵਾਂਟ ਕਿ ਲੋਕ ਮੈਂ ਕੀ ਸੋਚਣ, ਕੀ ਸੋਚ ਕੇ ਵੋਟ ਕਰਨ? ਦੇਖੋ ਗੱਲ ਇਹ ਹੈ ਕਿ ਵੋਟ ਜਿਹੜੀ ਹੈਗੀ ਹਮੇਸ਼ਾ ਹੀ ਅਗਰ ਮੇਰੇ ਦਿਲ ਦੀ ਗੱਲ ਮੰਨੋ ਤਾਂ ਡਿਵੈਲਪਮੈਂਟ ਨੂੰ ਹੋਣੀ ਚਾਹੀਦੀ ਹੈ, ਨਾ ਕਿ ਇਨਸਾਨ ਨੂੰ। ਅਗਰ ਕੋਈ ਡਿਵੈਲਪਮੈਂਟ ਕਰਾਉਂਦਾ ਤਾਂ ਡਿਵੈਲਪਮੈਂਟ ਨੂੰ ਹੋਣੀ ਚਾਹੀਦੀ ਹੈ। ਉਹ ਡਿਵੈਲਪਮੈਂਟ ਨੂੰ ਕਿਉਂਕਿ ਸਾਡੇ ਫਿਊਚਰ ਵਾਸਤੇ ਸਾਡੇ ਕੰਟਰੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਡਿਵੈਲਪਮੈਂਟ ਬੜੀ ਜ਼ਰੂਰੀ ਹੈ। ਇਸ ਕਰਕੇ ਜੇ ਉਹ ਸਮਝਦੇ ਰਹੇ ਕਿ ਫਿਰੋਜ਼ਪੁਰ 'ਚ ਡਿਵੈਲਪਮੈਂਟ ਹੋਈ ਹੈ ਤਾਂ ਵੋਟ ਜ਼ਰੂਰ ਕਰਨ, ਜੇ ਉਹ ਸਮਝਦੇ ਨਹੀਂ ਹੋਈ ਤਾਂ ਕੋਈ ਗੱਲ ਨਹੀਂ, ਅਗਲੀ ਵਾਰ ਆ ਜਾਵਾਂਗੇ, ਘਬਰਾਉਣਾ ਥੋੜ੍ਹੀ ਹੈ। ਇਸ ਕਰਕੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਐਸਟ੍ਰੋਟਰਫ ਦੀ ਗੱਲ ਤੁਸੀਂ ਸ਼ੁਰੂ ਕਰ ਦਿੱਤੀ ਸੀ ਕਿ ਐਸਟ੍ਰੋਟਰਫ ਸਾਡੇ ਕਈ ਇੰਟਰਨੈਸ਼ਨਲ ਪਲੇਅਰ ਨਿਕਲੇ ਨੇ। ਤੁਸੀਂ ਮੇਰਾ ਕ੍ਰਿਕਟ ਸਟੇਡੀਅਮ ਜਾ ਕੇ ਦੇਖੋ, ਮੇਰਾ ਜਿਮਨੇਜ਼ੀਅਮ ਹਾਲ ਦੇਖੋ, ਮੇਰਾ ਬੈਡਮਿੰਟਨ ਹਾਲ ਦੇਖੋ, ਮੈਂ ਕੀ ਕਹਾਂ। ਕਿਉਂਕਿ ਕਈ ਵਾਰ ਮੈਂ ਹੱਸ ਪੈਂਦਾ, ਸੋਚਦਾ ਕਿ ਯਾਰ ਮੈਂ ਇੰਨੀ ਜੋਗਾ ਸੀਗਾ ਨਹੀਂ ਜਿੰਨਾ ਪਰਮਾਤਮਾ ਨੇ ਦਿੱਤਾ। ਫਿਰੋਜ਼ਪੁਰ ਦੇ ਲੋਕਾਂ ਨੇ ਮੇਰੇ ਨਾਲ ਪਿਆਰ ਤੇ ਸਤਿਕਾਰ ਕੀਤਾ, ਮੋਢਿਆਂ ਨਾਲ ਮੋਢਾ ਲਾ ਕੇ, ਕਦਮਾਂ ਨਾਲ ਕਦਮ ਮਿਲਾ ਕੇ ਚੱਲੇ। ਇਹ ਮੈਂ ਪ੍ਰੋਗਰੈਸ ਨਹੀਂ ਕੀਤੀ, ਇਹ ਡਿਵੈਲਪਮੈਂਟ ਮੇਰੀ ਨਹੀਂ ਹੈ, ਫਿਰੋਜ਼ਪੁਰ ਦੇ ਲੋਕਾਂ ਦੀ ਹੈ। ਮੈਂ ਤਾਂ ਉਹਨਾਂ ਦਾ ਇੱਕ ਡਾਕੀਆ ਸੀ। ਇਸ ਕਰਕੇ ਆਖਿਰ 'ਚ ਮੈਂ ਕਹਾਂਗਾ ਕਿ ਜੇ ਡਿਵੈਲਪਮੈਂਟ ਹੋਈ ਹੋਵੇ ਤਾਂ ਫਿਰੋਜ਼ਪੁਰ ਦੇ ਲੋਕ ਜ਼ਰੂਰ ਵੋਟ ਪਾਉਣਗੇ। ਮੈਂ ਜਿੰਨੇ ਪੋਲੀਟੀਸ਼ੀਅਨ ਇੱਥੇ ਤੁਰੇ ਫਿਰਦੇ ਨੇ, ਤਰ੍ਹਾਂ ਰੋਂਦਾ ਨਹੀਂ ਹੈ। ਅਗਰ ਇਹ ਸੋਚਣ, ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਹਿਊਮਨ ਬੀਇੰਗ, ਇਹ ਸੋਚਣ ਕਿ ਕੇਜਰੀਵਾਲ ਬੜਾ ਵੱਡਾ ਪਲੇਅਰ ਹੈ, ਆ ਕੇ ਦੇਖ ਲੈ, ਫਿਰੋਜ਼ਪੁਰ ਦੇ ਲੋਕ ਹਰਾ ਕੇ ਭੇਜਣਗੇ। ਅਗਰ ਇਹ ਸੋਚਦੇ ਨੇ ਬੀਜੇਪੀ ਵਾਲੇ, ਜਿਹੜਾ ਵੱਡੇ ਤੋਂ ਵੱਡਾ ਚਿਹਰਾ ਹੈ, ਜਿਹੜਾ ਵੱਡੇ ਤੋਂ ਵੱਡਾ ਚਿਹਰਾ ਇਹਨਾਂ ਦਾ, ਉਹਨੂੰ ਇਲੈਕਸ਼ਨ ਲੜਾ ਕੇ ਦੇਖ ਲੈਣ। ਮੈਂ ਕਿਹਾ ਕਿ 33 ਦੀਆਂ 33 ਜਿੱਤੀਆਂ ਸੀ, ਪਰਚਮ ਲਹਿਰਾਇਆ ਸੀ, ਹੁਣ ਫਿਰ ਦੇਖ ਲੈਣ। ਇਹ ਲੜਾਈ ਮੇਰੀ ਨਹੀਂ, ਇਹ ਫਿਰੋਜ਼ਪੁਰ ਦੇ ਲੋਕਾਂ ਦੀ ਹੈ। ਇਹ ਜਿੱਤ ਫਿਰੋਜ਼ਪੁਰ ਦੇ ਲੋਕਾਂ ਦੀ ਹੈ। ਮੈਂ ਕੰਮ ਕਰਦਾ ਡਿਵੈਲਪਮੈਂਟ ਵਾਸਤੇ। ਮੈਂ ਕੋਈ ਇੱਥੇ ਕਿੱਲੇ ਥੋੜ੍ਹੀ ਗੱਡੇ ਸਾਰੀ ਉਮਰ ਰਹਿਣਾ। ਮੇਰਾ ਇੱਕ ਮਿਸ਼ਨ ਹੈ, ਮੇਰਾ ਇੱਕ ਟਾਰਗੇਟ ਹੈ, ਉਹਨੂੰ ਪੂਰਾ ਕਰਨਾ ਹੈ। ਇਸ ਕਰਕੇ ਫਿਰੋਜ਼ਪੁਰ ਨੂੰ ਨੰਬਰ 1 ਬਣਾਉਣਾ ਹੈ। ਹੁਣ ਲੋਕ ਨਾਅਰਾ ਲਗਾਉਂਦੇ ਨੇ, ਮੈਂ ਕੀ ਕਹਾਂ ਉਹਦੇ ਬਾਰੇ ਕਿ ਜਦੋਂ ਮੈਂ ਜਾਂਦਾ ਹੈ ਕਈ ਵਾਰ ਮੈਂ ਸੋਚਦਾ ਹਾਂ ਕਿ ਯਾਰ ਜੋ ਪਿਆਰ ਤੇ ਸਤਿਕਾਰ ਤੁਸੀਂ ਦਿੱਤਾ ਉਹ ਕਦੇ ਸੋਚਿਆ ਨਹੀਂ ਸੀ। ਆਮ ਬੱਚੇ ਗਲੀਆਂ 'ਚ ਨਾਅਰਾ ਲਗਾਉਂਦੇ ਨੇ। ਨਾਅਰਾ ਉਹਨਾਂ ਦਾ ਕੀ ਹੁੰਦਾ ਹੈ ਕਿ ਫਿਰੋਜ਼ਪੁਰ ਨੇ ਇਤਿਹਾਸ ਰਚਾਉਣਾ, ਪਿੰਕੀ ਤੀਜੀ ਵਾਰ ਮਨਾਉਣਾ, ਤੀਜੀ ਵਾਰ ਮਨਾਉਣਾ। ਫਿਰੋਜ਼ਪੁਰ ਨੇ ਇਤਿਹਾਸ ਰਚਾਉਣਾ, ਪਿੰਕੀ ਤੀਜੀ ਵਾਰ ਜਿਤਾਉਣਾ। ਇਹ ਮਤਲਬ ਮੈਂ ਨਹੀਂ ਕਹਿੰਦਾ ਉਹਨਾਂ ਨੂੰ। ਅਗਰ ਉਹ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਫਿਰ ਮੈਨੂੰ ਵੀ ਦੇਖਣਾ ਚਾਹੀਦਾ ਕਿ ਮੈਂ ਉਹਨਾਂ ਦਾ ਮੁੱਲ ਮੋੜਾਂ। ਸਾਡੀ ਜਿਹੜੀ ਮਿਊਨਿਸਪਲ ਕਮੇਟੀ ਸੀ ਉਹਦੇ 40% ਕਮਿਸ਼ਨ ਚੱਲਦਾ ਸੀ, 15 ਕਰੋੜ ਦੀ ਉਹ ਘਾਟੇ 'ਚ ਹੁੰਦੀ ਸੀ। ਅੱਜ ਜਾ ਕੇ ਦੇਖੋ 22 ਕਰੋੜ ਰੁਪਈਆ ਉਹਦੇ ਕੋਲ ਪਿਆ, FDR ਪਈਆਂ, ਕੰਮ ਹੋਏ। ਕਿਉਂਕਿ ਮੈਂ ਇਹ ਜਿਹੜੇ ਕਮਿਸ਼ਨ ਵਗੈਰਾ ਚੱਲਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਆਇਆ। ਸਾਡੇ ਇੱਥੇ ਲਾਈਟਿੰਗ ਨਹੀਂ ਹੁੰਦੀ ਸੀ। ਜਿਸ ਸ਼ਹਿਰ ਦੇ ਵਿੱਚ ਸ਼ਹਿਰ ਜਗਮਗਾਏਗਾ ਨਹੀਂ ਤਾਂ ਉਹਦਾ ਫਾਇਦਾ ਕੀ? ਜੇ ਲਾਈਟਾਂ ਜਗਣਗੀਆਂ, ਚੰਨ ਚੜ੍ਹੇਗਾ ਤਾਂ ਦੁਨੀਆ ਦੇਖੇਗੀ। ਅੱਜ ਫਿਰੋਜ਼ਪੁਰ ਨੂੰ ਲੋਕ ਬਾਹਰੋਂ ਦੇਖਣ ਆਉਂਦੇ ਨੇ। ਇਸ ਕਰਕੇ ਮੈਂ ਇਮੋਸ਼ਨਲ ਹੋ ਕੇ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ। ਇਟਸ ਏ ਹਾਰਡ ਫੈਕਟ ਕਿ ਮੈਂ ਫਿਰ ਕਹਿ ਰਿਹਾ ਕਿ ਮੈਂ ਇੱਥੇ ਕੋਈ ਕਿੱਲੇ ਨਹੀਂ ਗੱਡੇ ਹੋਏ। ਪੰਜਾਬੀ 'ਚ ਕਹਿਣਾ ਕਿ ਮੈਂ ਸਾਰੀ ਜ਼ਿੰਦਗੀ ਰਹਿਣਾ, ਮੈਂ 80 ਸਾਲ ਤੱਕ ਰਹਿਣਾ, ਮੈਂ 90 ਸਾਲ ਤੱਕ ਰਹਿਣਾ। ਮੇਰਾ ਇੱਕ ਟਾਰਗੇਟ ਹੈ, ਮੇਰਾ ਵਿਜ਼ਨ ਹੈ, ਉਹਨੂੰ ਪੂਰਾ ਕਰਨਾ, ਅੱਗੇ ਚੱਲਣਾ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਇਕੱਠੇ ਰੱਖਣਾ। ਕਿਉਂਕਿ ਜਿਹੜੀ ਅਸੀਂ ਫਲਾਵਰ ਵੈਲੀ ਬਣਾ ਰਹੇ ਹਾਂ, ਜਿੱਥੇ ਸਾਨੂੰ ਇੰਨਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ, ਜਿਵੇਂ ਜਿਵੇਂ ਗੱਲ ਲੋਕਾਂ ਦੇ ਵਿੱਚ ਜਾਏਗੀ, ਹਿੰਦੁਸਤਾਨ ਦੇ ਜਿੱਥੇ ਜਿੱਥੇ ਹਿੰਦੁਸਤਾਨੀ ਬੈਠੇ ਨੇ ਉਹ ਦੇਖਣ ਆਇਆ ਕਰਨਗੇ। ਇਸ ਤੋਂ ਵੱਡਾ ਕੀ ਹੋ ਸਕਦਾ? 2 ਵੇਲਿਆਂ ਦਾ ਇੱਕ ਵੇਲਾ ਹੈ। ਅਸੀਂ ਤਾਂ ਫੱਕਰ ਲੋਕ, ਸਾਨੂੰ ਇਉਂ ਚਲਦੇ ਲੋਕ ਮਿਲਦੇ ਰਹਿੰਦੇ ਨੇ।
ਮੇਰੇ ਫਿਰੋਜ਼ਪੁਰ ਦਾ ਨਾਮ ਵਧਾਉਂਦੇ ਰਹਿੰਦੇ ਨੇ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਰਹਿੰਦਾ। ਧੰਨਵਾਦ, ਥੈਂਕ ਯੂ ਵੈਰੀ ਮਚ। It was a pleasure talking with Parminder Singh Pinky. ਤੇ we wish him all the best for the forthcoming elections. ਤੇ ਇਹਨਾਂ ਦਾ we really want ਕਿ ਮਤਲਬ ਪੋਲੀਟੀਸ਼ੀਅਨ ਨਾ ਜਿੱਤੇ ਇਸ ਵਾਰ, ਉਹ ਜਿੱਤੇ ਜਿਹਨੇ ਕੰਮ ਕੀਤਾ ਹੈ, ਜਿਹਦੇ 'ਚ ਲੋਕਾਂ ਦਾ ਦਿਲ ਵਿੱਚ ਉਹਨਾਂ ਦਾ ਮਾਣ ਹੈ, ਸਤਿਕਾਰ ਹੈ। ਸੋ ਟੂ ਪੁੱਟ ਇਟ ਰਾਈਟਲੀ, ਮਤਲਬ ਪਿੰਕੀ ਜੀ ਉਹ ਨੇ ਜਿਹੜੇ ਮਤਲਬ ਇੰਡੀਆ 'ਚ ਫਿਰੋਜ਼ਪੁਰ ਨੂੰ, ਹੀ ਵਾਂਟਸ ਫਿਰੋਜ਼ਪੁਰ ਇਨ ਦ ਮੈਪ ਆਫ ਇੰਡੀਆ ਪ੍ਰੋਮੀਨੈਂਟਲੀ, ਜਿਹੜਾ ਜਗਮਗਾਏ, ਨਾ ਕਿ ਇੱਕ ਬਾਰਡਰ ਬੈਕਵਰਡ ਸਟੇਟ ਜਾਂ ਸਿਟੀ ਕਹਿਲਾਏ। So we really thank him and wish him all the very best for the elections. Thank you. Thank you.